ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਜੀ। ਡੰਡਾਉਤ ਬੰਦਨ ਅਣਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨਾ। ਕਹੋ ਨਾਨਕ ਹਰਿ ਭਜ ਮਨਾ, ਜਿਹ ਬਿਦ ਜਲ ਕਉ ਮੀਨਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨਾ। ਕਹੋ ਨਾਨਕ ਹਰਿ ਭਜ ਮਨਾ, ਜਿਹ ਬਿਦ ਜਲ ਕਉ ਮੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸਮੂਹ ਸੰਗਤਾਂ, ਆਪ ਸਰਬੱਤ ਸੰਗਤਾਂ ਮਾਈ ਭਾਈ, ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰੂ ਜੀਆਂ ਦਾ 400 ਸਾਲਾ ਜੋ ਸ਼ਤਾਬਦੀ ਦਿਵਸ ਆ ਰਿਹਾ ਹੈ, ਆਪ ਸਰਬੱਤ ਸੰਗਤਾਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਜੋ ਮਨਾਉਣ ਦੇ ਉਪਰਾਲੇ ਸਾਰੀਆਂ ਸੰਗਤਾਂ ਕਰ ਰਹੀਆਂ ਹੋ। ਆਪ ਸਾਰੀਆਂ ਸੰਗਤਾਂ ਬਹੁਤ ਧੰਨਤਾ ਦੇ ਯੋਗ ਹੋ। ਅਤੇ ਜੋ ਸਾਧ ਸੰਗਤ ਜੀ ਉਪਰਾਲਾ ਕਰਨ ਜਾ ਰਹੇ ਹਾਂ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਸ਼ਤਾਬਦੀ ਦਿਵਸ 'ਤੇ ਜੋ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਜੋ ਭੋਗ ਦੇ ਸ਼ਲੋਕ 57 ਸ਼ਲੋਕ ਹਨ, ਉਹਨਾਂ ਦੀ ਵਿਚਾਰ ਕੀਤੀ ਜਾਵੇ। ਉਹ ਲੜੀ ਪ੍ਰਾਰੰਭ ਕਰ ਰਹੇ ਹਾਂ। ਆਪ ਸਰਬੱਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਇਹ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਲੋਕ, ਇਹ ਵਿਚਾਰ ਸਰਵਣ ਕਰਕੇ ਆਪ ਜੀ ਲਾਹਾ ਪ੍ਰਾਪਤ ਕਰੋ। ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ, ਸਤਿਗੁਰੂ ਜੀ ਉਹਨਾਂ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅਤੇ ਮਾਤਾ ਨਾਨਕੀ ਜੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ 3 ਵਿਆਹ ਹਨ, 3 ਮਹਿਲ ਹਨ, ਜੋ ਹਨ ਪਹਿਲੇ ਮਾਤਾ ਜੀ ਮਾਤਾ ਦਮੋਦਰੀ ਜੀ, ਅਤੇ ਦੂਜੇ ਮਾਤਾ ਮਰਵਾਹੀ ਜੀ, ਅਤੇ ਤੀਜੇ ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ ਦੇ ਘਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਸਾਧ ਸੰਗਤ ਜੀ ਬਿਕਰਮੀ ਸੰਮਤ 1678 ਅਤੇ ਈਸਵੀ 1621 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਾਸ਼ ਹੋਇਆ ਹੈ। ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਜੋ ਬਾਬਾ ਅਟਲ ਰਾਏ ਜੀ ਅਤੇ ਬਾਬਾ ਤਿਆਗ ਮੱਲ ਜੀ, ਜਿਨ੍ਹਾਂ ਦਾ ਪਹਿਲਾ ਨਾਮ ਤਿਆਗ ਮੱਲ ਜੀ ਹੈ, ਅਤੇ ਫਿਰ
ਜੋ ਸਤਿਗੁਰੂ ਜੀ ਦਾ ਨਾਮ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦਾ ਨਾਮ ਅਸੀਂ ਜੋ ਹੁਣ ਲੈਂਦੇ ਹਾਂ। ਸਤਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸ਼ੁਰੂ ਤੋਂ ਹੀ ਜਨਮ ਤੋਂ ਹੀ ਤਿਆਗ ਦੀ ਮੂਰਤ ਸਨ ਅਤੇ ਇਸੇ ਕਰਕੇ ਗੁਰੂ ਸਾਹਿਬ ਜੀਆਂ ਨੇ ਉਹਨਾਂ ਦਾ ਨਾਮ ਤਿਆਗ ਮੱਲ ਰੱਖਿਆ ਸੀ। ਅਤੇ ਸ਼ੁਰੂ ਤੋਂ ਹੀ ਬਹੁਤ ਕਿਸੇ ਵੀ ਵਸਤਰਾਂ ਦੇ ਨਾਲ, ਮਾਇਆ ਦੇ ਨਾਲ, ਕਿਸੇ ਵੀ ਚੀਜ਼ ਦੇ ਨਾਲ ਮੋਹ ਨਹੀਂ ਸੀ। ਸਭ ਦਾ ਤਿਆਗ ਕਰਕੇ ਰੱਖਦੇ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ। ਇਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦਾ ਵਿਆਹ ਜੋ ਭਾਈ ਲਾਲ ਚੰਦ ਜੀ ਉਹਨਾਂ ਦੀ ਸਪੁੱਤਰੀ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦਾ ਵਿਆਹ ਹੋਇਆ ਹੈ। ਅਤੇ ਸਾਧ ਸੰਗਤ ਜੀ ਜੋ ਗੁਰੂ ਤੇਗ ਬਹਾਦਰ ਮਹਾਰਾਜ ਹਰ ਸਮੇਂ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ, ਬਾਣੀ ਦੇ ਵਿੱਚ ਲੀਨ ਰਹਿੰਦੇ ਸਨ। ਅਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਵੀ ਉੱਥੇ ਰਹਿ ਕਰਕੇ ਗੁਰੂ ਸਾਹਿਬ ਜੀਆਂ ਨੇ 26 ਸਾਲ 9 ਮਹੀਨੇ ਅਤੇ 13 ਦਿਨ ਭੋਰੇ ਦੇ ਵਿੱਚ ਬੈਠ ਕਰਕੇ ਬੰਦਗੀ ਕੀਤੀ ਹੈ, ਤਪੱਸਿਆ ਕੀਤੀ ਹੈ। ਅਤੇ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਬਹੁਤ ਸਾਰਾ ਸਾਥ ਦਿੱਤਾ ਹੈ ਗੁਰੂ ਸਾਹਿਬ ਜੀਆਂ ਦਾ। ਇਸੇ ਤਰ੍ਹਾਂ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦਿੱਲੀ ਦੇ ਵਿੱਚ ਸੰਗਤਾਂ ਨੂੰ ਜਾ ਕਰਕੇ ਦਰਸ਼ਨ ਦਿੱਤੇ ਨੇ। ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦਾ ਅੰਤ ਵਾਲਾ ਸਮਾਂ ਆਇਆ ਹੈ, ਜੋਤੀ ਜੋਤ ਸਮਾਉਣ ਲੱਗੇ ਨੇ, ਅਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਸਾਨੂੰ ਹੁਣ ਕਿਹਨਾਂ ਦੇ ਲੜ ਲਾ ਕੇ ਜਾ ਰਹੇ ਹੋ। ਉਸ ਵਕਤ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ, ਸਤਿਗੁਰੂ ਜੀਆਂ ਨੇ ਨਾਰੀਅਲ ਲੈ ਕਰਕੇ, 5 ਪੈਸੇ ਲੈ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧਿਆਨ ਧਰ ਕਰਕੇ 5 ਪਰਿਕਰਮਾ ਕੀਤੀਆਂ ਹਨ। 5 ਪੈਸੇ ਰੱਖ ਕੇ, ਨਾਰੀਅਲ ਰੱਖ ਕਰਕੇ ਅਤੇ ਮੱਥਾ ਟੇਕ ਦਿੱਤਾ ਹੈ। ਅਤੇ ਸਾਧ ਸੰਗਤ ਜੀ ਨਾਲ ਹੀ ਬਚਨ ਕਰ ਦਿੱਤੇ, ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਕਿ ਜੋ ਅਗਲੇ ਗੁਰੂ ਬਕਾਲੇ ਨਗਰ ਦੇ ਵਿੱਚ ਬੈਠੇ ਹਨ। ਅਤੇ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਇੱਧਰ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਭੋਰੇ ਦੇ ਵਿੱਚ ਬੰਦਗੀ ਕਰ ਰਹੇ ਨੇ, ਤਪੱਸਿਆ ਕਰ ਰਹੇ ਨੇ, ਪਰਮਾਤਮਾ ਦੇ ਨਾਮ ਭਜਨ ਸਿਮਰਨ ਦੇ ਵਿੱਚ ਲੀਨ ਹਨ। ਅਤੇ ਉਹ ਸਮਾਂ ਆਇਆ ਜਦੋਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਆਣ ਕਰਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਅਤੇ ਅਨੇਕਾਂ ਮੰਜੀਆਂ ਲੱਗੀਆਂ ਸਨ, ਜਿਸ ਦੇ ਵਿੱਚ ਧੀਰ ਮੱਲ ਵੀ ਬੈਠਾ ਸੀ। ਅਨੇਕਾਂ ਮੰਜੀਆਂ ਲਾ ਕਰਕੇ ਗੁਰੂ ਬਣ ਕਰਕੇ ਬੈਠੇ ਸੀ। ਜਦੋਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਪੱਲਾ ਫੇਰਿਆ ਕੋਠੇ ਚੜ੍ਹ ਕੇ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਕਿ ਗੁਰੂ ਲੱਭ ਗਿਆ ਹੈ, ਗੁਰੂ ਨੂੰ ਪ੍ਰਗਟ ਕਰ ਦਿੱਤਾ। ਉਸ ਵਕਤ ਸਾਰੇ ਮੰਜੀਆਂ ਲਾਉਣ ਵਾਲੇ ਜਿਹੜੇ ਗੁਰੂ ਬਣ ਕੇ ਬੈਠੇ ਸਨ, ਸਾਰੇ ਹੀ ਦੌੜ ਗਏ, ਭੱਜ ਗਏ। ਅਤੇ ਬਾਬਾ ਬਕਾਲਾ ਸਾਹਿਬ ਹੀ ਧੀਰ ਮੱਲ ਨੇ ਸ਼ੀਏ ਮਸੰਦ ਦੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਵਾਈ ਸੀ। ਸਾਧ ਸੰਗਤ ਜੀ ਸਮਾਂ ਇਸੇ ਤਰ੍ਹਾਂ ਚੱਲਦਾ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਸਰਬੱਤ ਸੰਗਤਾਂ ਦਾ ਭਲਾ ਕਰਦੇ ਰਹੇ। ਅਤੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੇ ਵਾਸਾ ਕੀਤਾ ਹੈ, ਉੱਥੇ ਹੀ ਬਾਲ ਗੋਬਿੰਦ ਰਾਏ, ਉੱਥੇ ਹੀ ਪਰਿਵਾਰ। ਸਾਧ ਸੰਗਤ ਜੀ ਉੱਧਰ ਔਰੰਗਜ਼ੇਬ ਜੋ ਹਰ ਰੋਜ਼ ਬਹੁਤ ਜ਼ਿਆਦਾ ਉਸਨੇ ਆਪਣੇ ਕੋਲ ਵੱਡੇ ਵੱਡੇ ਵਿਦਵਾਨ ਰੱਖੇ ਹੋਏ ਸਨ, ਅਤੇ ਉਹਨਾਂ ਵਿਦਵਾਨਾਂ ਦੇ ਕੋਲੋਂ ਜੋ ਗੀਤਾ ਦੇ ਅਰਥ ਵੀ ਸੁਣਿਆ ਕਰਦਾ ਸੀ। ਅਤੇ ਸਾਧ ਸੰਗਤ ਜੀ ਜਦੋਂ ਇੱਕ ਪੰਡਤ ਗੀਤਾ ਦੇ ਅਰਥ ਕਰਕੇ ਸੁਣਾਉਂਦਾ ਸੀ ਅਤੇ ਉਹ ਸ਼ਲੋਕ ਛੱਡ ਜਾਇਆ ਕਰਦਾ ਸੀ ਕਿ ਜਿਸ ਦੇ ਵਿੱਚ ਜ਼ਿਕਰ ਆਉਂਦਾ ਸੀ ਕਿ ਆਪੋ ਆਪਣਾ ਜਿਹੜਾ ਧਰਮ ਹੈ ਨਾ, ਉਸ ਧਰਮ ਦੇ ਅਨੁਸਾਰ ਹੀ ਜੋ ਇਨਸਾਨ ਨੂੰ ਮੁਕਤੀ ਮਿਲਦੀ ਹੈ, ਭਲਾ ਹੁੰਦਾ ਹੈ। ਅਤੇ ਇੱਕ ਦਿਨ ਉਹ ਪੰਡਤ ਬਿਮਾਰ ਹੋ ਗਿਆ ਅਤੇ ਆਪਣੇ ਲੜਕੇ ਨੂੰ ਉਸਨੇ ਭੇਜ ਦਿੱਤਾ ਅਤੇ ਇਹ ਕਹਿਣਾ ਭੁੱਲ ਗਿਆ ਕਿ ਜਿਹੜੇ ਇਸ ਤਰ੍ਹਾਂ ਦੇ ਸ਼ਲੋਕ ਆਉਣ ਉਹਨਾਂ ਨੂੰ ਛੱਡ ਕੇ ਕਥਾ ਕਰੀ। ਉਸ ਦੇ ਲੜਕੇ ਨੇ ਜਾ ਕਰਕੇ ਸਾਰੀ ਜਿਹੜੀ ਕਥਾ ਕੀਤੀ ਹੈ, ਸ਼ਲੋਕਾਂ ਦੇ ਅਰਥ ਸੁਣਾਏ ਨੇ। ਅਤੇ ਜਦੋਂ ਇਸ ਔਰੰਗਜ਼ੇਬ ਨੇ ਉਹ ਅਰਥ ਸੁਣੇ ਅਤੇ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਇੱਕ ਹੀ ਧਰਮ ਕਿਉਂ ਨਾ ਕਰ ਦੇਵਾਂ, ਇਸਲਾਮ ਹੀ ਮੈਂ ਕਰ ਦੇਵਾਂ, ਹਿੰਦੂ ਧਰਮ ਨੂੰ ਆਪਣੇ ਵਿੱਚ ਮਿਲਾ ਲਈਏ।
ਉਸ ਵਕਤ ਔਰੰਗਜ਼ੇਬ ਨੇ ਇਹ ਸਾਰੇ ਸੂਬੇਦਾਰਾਂ ਨੂੰ ਹੁਕਮ ਕਰ ਦਿੱਤਾ ਅਤੇ ਜੋ ਕਸ਼ਮੀਰ ਦੇ ਵਿੱਚ ਸੂਬੇਦਾਰ ਸੀ ਸ਼ੇਰ ਅਫਗਾਨ ਖਾਂ, ਉਸ ਨੂੰ ਵੀ ਹੁਕਮ ਕਰ ਦਿੱਤਾ, ਕਿਉਂਕਿ ਕਸ਼ਮੀਰ ਦੇ ਵਿੱਚ ਬਹੁਤ ਵਿਦਵਾਨ ਪੰਡਤਾਂ ਦਾ ਗੜ੍ਹ ਸੀ। ਉਸ ਥਾਂ 'ਤੇ ਬਹੁਤ ਜ਼ਿਆਦਾ ਜੋ ਹਿੰਦੂਆਂ ਦਾ ਗੜ੍ਹ ਸੀ, ਉੱਥੇ ਹੁਕਮ ਕਰ ਦਿੱਤਾ ਸਾਰੇ ਸੂਬੇਦਾਰਾਂ ਨੂੰ ਕਿ ਜੋ ਕਿਸੇ ਵੀ ਢੰਗ ਦੇ ਨਾਲ ਕਿਸੇ ਵੀ ਤਰ੍ਹਾਂ ਇਹਨਾਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ, ਭਾਵੇਂ ਲਾਲਚ ਦਿੱਤਾ ਜਾਵੇ, ਚਾਹੇ ਡਰ ਦਿੱਤਾ ਜਾਵੇ, ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨਾਂ ਨੂੰ ਆਪਣੇ ਧਰਮ ਦੇ ਵਿੱਚ ਮਿਲਾਉਣਾ ਹੈ। ਉਸ ਵਕਤ ਸਾਧ ਸੰਗਤ ਜੀ 4 ਚੁਫੇਰੇ ਹਿੰਦੂਆਂ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਹੋਣ ਲੱਗੇ ਨੇ, ਬਹੁਤ ਜ਼ਿਆਦਾ ਇਹਨਾਂ 'ਤੇ ਜ਼ੁਲਮ ਹੋਣ ਲੱਗਾ ਹੈ, ਧੀਆਂ ਭੈਣਾਂ ਦੀ ਬੇਪਤੀ ਹੋਣ ਲੱਗੀ ਹੈ, ਜ਼ਬਰਦਸਤੀ ਇਹਨਾਂ ਨੂੰ ਇਸਲਾਮ ਦੇ ਵਿੱਚ ਰਲਾਇਆ ਜਾ ਰਿਹਾ ਹੈ। ਇੱਥੋਂ ਤੱਕ ਸਾਧ ਸੰਗਤ ਜੀ ਸਵਾ ਮਣ ਇਹਨਾਂ ਦੇ ਜਨੇਊ ਲਾ ਕੇ ਇਹਨਾਂ ਨੂੰ ਹਿੰਦੂ ਧਰਮ ਤੋਂ ਹੀਣਾ ਕੀਤਾ ਜਾ ਰਿਹਾ ਸੀ। ਉਸ ਵਕਤ ਸਾਧ ਸੰਗਤ ਜੀ ਜਿਹੜੇ ਹਿੰਦੂ ਧਰਮ ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜੇ ਮੋਹਤਬਰ, ਜਿਹੜੇ ਵਿਦਵਾਨ, ਜਿਹੜੇ ਪੰਡਤ, ਜਿਹੜੀਆਂ ਪੰਚਾਇਤਾਂ ਮੋਹਤਬਰ, ਉਹਨਾਂ ਨੇ ਇਕੱਠੇ ਹੋ ਕੇ ਸ਼ੇਰ ਅਫਗਾਨ ਖਾਂ ਨੂੰ ਬੇਨਤੀ ਕੀਤੀ ਕਿ ਅਸੀਂ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ ਰਹੇ ਹਾਂ ਬੜੇ ਲੰਬੇ ਸਮੇਂ ਤੋਂ, ਸਾਨੂੰ 6 ਮਹੀਨੇ ਦੀ ਮੋਹਲਤ ਦਿੱਤੀ ਜਾਵੇ, ਸਮਾਂ ਦਿੱਤਾ ਜਾਵੇ, ਅਸੀਂ ਆਪਣੇ ਦੇਵੀ ਦੇਵਤਿਆਂ ਦੀ ਅਰਾਧਨਾ ਕਰਨੀ ਹੈ, ਉਹਨਾਂ ਦੀ ਪੂਜਾ ਕਰਨੀ ਹੈ ਕਿ ਉਹ ਸਾਡੇ ਸਹਾਈ ਹੋਣ ਅਤੇ ਸਾਡੇ ਧਰਮ ਨੂੰ ਬਚਾਇਆ ਜਾਵੇ। ਜੇ ਕਰਕੇ 6 ਮਹੀਨਿਆਂ ਤੱਕ ਕੋਈ ਸਾਡੀ ਸਹਾਇਤਾ ਨਹੀਂ ਕਰਦਾ ਤੇ ਫਿਰ ਅਸੀਂ ਆਪਣੇ ਆਪ ਇਸਲਾਮ ਨੂੰ ਕਬੂਲ ਕਰ ਲਵਾਂਗੇ। ਜਦੋਂ ਇਹ ਚਿੱਠੀ ਲਿਖ ਕਰਕੇ ਸ਼ੇਰ ਅਫਗਾਨ ਖਾਂ ਨੂੰ ਇਹਨਾਂ ਮੋਹਤਬਰ ਬੰਦਿਆਂ ਨੇ, ਪੰਡਤਾਂ ਨੇ ਦਿੱਤੀ ਹੈ ਅਤੇ ਸ਼ੇਰ ਅਫਗਾਨ ਖਾਂ ਬਹੁਤ ਖੁਸ਼ ਹੋਇਆ ਕਿ 6 ਮਹੀਨਿਆਂ ਤੋਂ ਬਾਅਦ ਇਹ ਸਾਰੇ ਹਿੰਦੂ ਜਿਹੜੇ ਪੰਡਤ ਨੇ ਇਹ ਸਾਰੇ ਹੀ ਇਸਲਾਮ ਨੂੰ ਕਬੂਲ ਕਰ ਲੈਣਗੇ। ਇਹ ਸਾਰੀ ਖਬਰ ਜਿਹੜੀ ਔਰੰਗਜ਼ੇਬ ਨੂੰ ਵੀ ਭੇਜ ਦਿੱਤੀ ਅਤੇ ਔਰੰਗਜ਼ੇਬ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਸਾਧ ਸੰਗਤ ਜੀ ਇਹਨਾਂ ਹਿੰਦੂ ਪੰਡਤਾਂ ਨੇ ਜੋ ਅਮਰਨਾਥ ਦੀ ਗੁਫਾ 'ਤੇ ਜਾ ਕਰਕੇ ਉੱਥੇ ਆਪਣਾ ਸਾਰਾ ਖਾਣਾ ਪੀਣਾ ਛੱਡ ਕਰਕੇ ਅਤੇ ਸ਼ਿਵ ਜੀ ਦੀ ਅਰਾਧਨਾ ਕਰਨ ਲੱਗੇ ਨੇ, ਚੇਤੇ ਕਰਨ ਲੱਗੇ ਨੇ। ਅਤੇ ਉੱਥੇ ਸਾਧ ਸੰਗਤ ਜੀ ਜਦੋਂ 8 ਦਿਨ ਲੰਘ ਗਏ ਨੇ ਇਸੇ ਤਰ੍ਹਾਂ ਭੁੱਖੇ ਧਿਆਏ ਬੈਠਿਆਂ ਹੋਇਆਂ, ਅਤੇ ਜ਼ਿਕਰ ਆਉਂਦਾ ਹੈ, ਵਿਦਵਾਨ ਲਿਖਦੇ ਹਨ ਕਿ ਆਕਾਸ਼ ਬਾਣੀ ਹੋਈ ਹੈ। ਕੋਈ ਵਿਦਵਾਨ ਜ਼ਿਕਰ ਕਰਦਾ ਕਿ ਇਹਨਾਂ ਨੂੰ ਇੱਕ ਪੱਤਰਕਾ, ਇੱਕ ਚਿੱਠੀ ਮਿਲੀ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਕਿ ਕੋਈ ਵੀ ਦੇਵੀ ਦੇਵਤਾ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਚਾਹੇ ਸਾਧ ਸੰਗਤ ਜੀ ਆਕਾਸ਼ ਬਾਣੀ ਹੋਈ ਹੈ, ਚਾਹੇ ਕੋਈ ਪੱਤਰਕਾ ਮਿਲੀ ਹੈ, ਅਤੇ ਚਾਹੇ ਸ਼ਿਵ ਜੀ ਕਿਸੇ ਸਾਧੂ ਦੇ ਰੂਪ ਵਿੱਚ ਮਿਲਿਆ, ਜੋ ਉਹਨਾਂ ਪੰਡਤਾਂ ਨੂੰ ਸੁਨੇਹਾ ਮਿਲਿਆ ਕਿ ਤੁਹਾਡੀ ਸਹਾਇਤਾ, ਤੁਹਾਡੇ ਧਰਮ ਨੂੰ ਕੋਈ ਵੀ ਦੇਵੀ ਦੇਵਤਾ ਕੋਈ ਬਚਾ ਨਹੀਂ ਸਕਦਾ। ਜੇ ਕੋਈ ਤੁਹਾਡੇ ਧਰਮ ਨੂੰ ਬਚਾ ਸਕਦਾ ਹੈ ਉਹ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਉੱਪਰ ਬਿਰਾਜਮਾਨ 9ਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੋ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਨੂੰ ਤਾਰ ਰਹੇ ਨੇ, ਉਹ ਤੁਹਾਡਾ ਭਲਾ ਕਰ ਸਕਦੇ ਨੇ, ਤੁਹਾਡੇ ਧਰਮ ਨੂੰ ਬਚਾ ਸਕਦੇ ਨੇ। ਤੁਹਾਡੀ ਧੋਤੀ, ਜਨੇਊ, ਮੱਥੇ 'ਤੇ ਤਿਲਕ ਉਹੀ ਬਚਾ ਸਕਦੇ ਨੇ, ਹੋਰ ਕੋਈ ਦੁਨੀਆ ਦੇ ਵਿੱਚ ਕੋਈ ਰਹਿਬਰ, ਕੋਈ ਅਵਤਾਰ, ਕੋਈ ਦੇਵੀ ਦੇਵਤਾ ਕੋਈ ਵੀ ਬਚਾ ਨਹੀਂ ਸਕਦਾ। ਉਹਨਾਂ ਦੇ ਵਿੱਚ ਸਭ ਤੋਂ ਮੁਖੀ ਪੰਡਤ ਕਿਰਪਾ ਰਾਮ, ਉਸ ਦੀ ਅਗਵਾਈ ਦੇ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਬੰਦੇ ਸਾਰੇ ਹੀ ਇਕੱਠੇ ਹੋ ਕੇ ਕਸ਼ਮੀਰ ਤੋਂ ਚੱਲ ਕੇ ਸਾਧ ਸੰਗਤ ਜੀ ਜੋ ਲੱਭਦੇ ਲਭਾਉਂਦੇ ਅਨੰਦਪੁਰ ਸਾਹਿਬ ਪਹੁੰਚੇ ਨੇ। ਅਤੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ ਅਤੇ ਉੱਧਰੋਂ ਸਾਧ ਸੰਗਤ ਜੀ ਬਾਲ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ 9 ਸਾਲ ਦੀ ਉਮਰ ਹੈ, ਅਤੇ ਉਹਨਾਂ ਨੇ ਆਣ ਕਰਕੇ ਦੇਖਿਆ ਕਿ ਸੰਗਤਾਂ ਇੱਥੇ ਆਈਆਂ ਨੇ। ਇਹ ਜਿਹੜੇ ਕਸ਼ਮੀਰੀ ਪੰਡਤ ਆਏ ਨੇ ਉਹਨਾਂ ਦੇ ਬਸਤਰ ਬਹੁਤ ਪੁਰਾਣੇ ਅਤੇ ਫਟੇ ਹੋਏ ਨੇ, ਚਿਹਰੇ ਮੁਰਝਾਏ ਹੋਏ ਨੇ, ਅੱਖਾਂ ਦੇ ਵਿੱਚੋਂ ਪਾਣੀ ਡਿੱਗ ਰਿਹਾ ਹੈ। ਸਾਧ ਸੰਗਤ ਜੀ ਜਦੋਂ ਬਾਲ ਗੋਬਿੰਦ ਰਾਏ ਸਤਿਗੁਰੂ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੁੱਛਿਆ ਕਿ ਪਿਤਾ ਜੀ ਇਹ ਲੋਕ ਕੌਣ ਨੇ, ਇਹ ਸੰਗਤਾਂ ਕਿੱਥੋਂ ਆਈਆਂ ਨੇ, ਇਹਨਾਂ ਦੇ ਬਸਤਰ ਫਟੇ,
ਪੁਰਾਣੇ ਹਨ, ਇਹਨਾਂ ਦੇ ਚਿਹਰੇ ਮੁਰਝਾਏ ਹੋਏ ਨੇ, ਇਹਨਾਂ ਦੀਆਂ ਅੱਖਾਂ ਤੋਂ ਪਾਣੀ ਡਿੱਗ ਰਿਹਾ ਹੈ। ਇਹਨਾਂ ਨੂੰ ਕੀ ਹੋਇਆ ਹੈ? ਇਹਨਾਂ ਨੂੰ ਕਿਹੜਾ ਦੁੱਖ ਹੈ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤੇ ਬਾਲ ਗੋਬਿੰਦ ਰਾਏ ਸਤਿਗੁਰੂ ਜੀ ਨੂੰ ਕਿ ਇਹ ਕਸ਼ਮੀਰ ਤੋਂ ਪੰਡਤ ਚੱਲ ਕੇ ਆਏ ਨੇ ਤੇ ਇਹਨਾਂ ਦਾ ਧਰਮ ਹਿੰਦੂ ਧਰਮ ਖਤਰੇ ਦੇ ਵਿੱਚ ਹੈ। ਇਹਨਾਂ ਦੇ ਜਨੇਊ ਉਤਾਰੇ ਜਾ ਰਹੇ ਨੇ, ਇਹਨਾਂ ਦੇ ਮੰਦਿਰਾਂ ਨੂੰ ਢਾਹ ਕਰਕੇ ਨਦੀਆਂ ਦੇ ਵਿੱਚ ਰੋੜਿਆ ਜਾ ਰਿਹਾ ਹੈ। ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ ਤੇ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਕੋਈ ਤਤ ਬੇਤਾ, ਕੋਈ ਮਹਾਂਪੁਰਖ, ਕੋਈ ਸਤ ਪ੍ਰਤੱਗੀ ਜੋ ਆਪਣਾ ਸੀਸ ਦਾ ਬਲੀਦਾਨ ਦੇਵੇਗਾ ਤੇ ਤਾਂ ਕਰਕੇ ਇਹਨਾਂ ਦਾ ਧਰਮ ਬਚ ਸਕਦਾ, ਨਹੀਂ ਤੇ ਇਹਨਾਂ ਦੇ ਧਰਮ ਨੂੰ ਕੋਈ ਵੀ ਬਚਾ ਨਹੀਂ ਸਕਦਾ। ਤੇ ਉਸ ਵਕਤ ਬਾਲ ਗੋਬਿੰਦ ਰਾਏ ਸਤਿਗੁਰੂ ਜੀ ਜਿਨ੍ਹਾਂ ਦੀ ਉਮਰ 9 ਸਾਲ ਦੀ ਉਮਰ ਤੇ ਸਾਧ ਸੰਗਤ ਜੀ ਬਹੁਤ ਵੱਡੇ ਉਹਨਾਂ ਨੇ ਬਚਨ ਕਰ ਦਿੱਤੇ ਨੇ। ਕਹਿਣ ਲੱਗੇ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਤਤ ਬੇਤਾ, ਕੋਈ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਤੁਸੀਂ ਤਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ ਅਤੇ 13 ਦਿਨ ਭੋਰੇ ਦੇ ਵਿੱਚ ਬੈਠ ਕਰਕੇ ਬੰਦਗੀ ਕੀਤੀ ਹੈ। ਉਸ ਪਰਮਾਤਮਾ ਦਾ ਸਿਮਰਨ ਕੀਤਾ ਹੈ, ਤਪੱਸਿਆ ਕੀਤੀ ਹੈ, ਸੰਗਤਾਂ ਦਾ ਤੁਸੀਂ ਭਲਾ ਕੀਤਾ ਹੈ ਅਤੇ ਤੁਸੀਂ ਤਿਆਗ ਦੀ ਮੂਰਤ ਹੋ। ਤੁਹਾਡੇ ਤੋਂ ਵੱਡਾ ਕੋਈ ਹੋਰ ਮਹਾਂਪੁਰਖ, ਕੋਈ ਤਤ ਪਿਤਾ ਕੋਈ ਨਹੀਂ ਹੋ ਸਕਦਾ। ਤੁਸੀਂ ਆਪ ਜਾ ਕੇ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ ਇਹਨਾਂ ਦੇ ਧਰਮ ਨੂੰ ਬਚਾਉਣਾ ਕਰੋ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਉਹਨਾਂ ਨੇ ਬਚਨ ਕੀਤਾ ਪਰਖਣ ਦੇ ਲਈ ਕਿ ਬਾਲ ਗੋਬਿੰਦ ਰਾਏ ਜੀ ਜੇ ਕਰਕੇ ਅਸੀਂ ਆਪਣੇ ਸੀਸ ਦਾ ਬਲੀਦਾਨ ਦੇ ਦੇਵਾਂਗੇ ਤੇ ਤੁਸੀਂ ਅਨਾਥ ਹੋ ਜਾਓਗੇ, ਤੁਹਾਡੀ ਮਾਤਾ ਵਿਧਵਾ ਹੋ ਜਾਏਗੀ ਤੇ ਬਹੁਤ ਘਾਟਾ ਪਏਗਾ ਸਾਡੇ ਜਾਣ ਦੇ ਨਾਲ। ਤੇ ਦੇਖੋ 9 ਸਾਲ ਦੀ ਉਮਰ ਸਤਿਗੁਰੂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਕਿ ਪਿਤਾ ਜੀ ਜੇ ਮੇਰੇ ਅਨਾਥ ਹੋਣ ਦੇ ਨਾਲ ਇਸ ਦੇਸ਼ ਦੇ ਵਿੱਚ ਲੱਖਾਂ ਹੀ ਬੱਚੇ ਜਿਹੜੇ ਅਨਾਥ ਹੋਣ ਤੋਂ ਬਚ ਜਾਣਗੇ, ਜੇ ਮੇਰੀ ਮਾਤਾ ਵਿਧਵਾ ਹੋਣ ਦੇ ਨਾਲ ਲੱਖਾਂ ਹੀ ਬੀਬੀਆਂ ਵਿਧਵਾ ਹੋਣ ਤੋਂ ਬਚ ਜਾਣਗੀਆਂ ਤੇ ਇਹ ਜਿਹੜਾ ਸੌਦਾ ਸਸਤਾ ਹੈ ਇਹ ਤੁਹਾਨੂੰ ਜਾ ਕੇ ਆਪਣੇ ਸੀਸ ਦਾ ਬਲੀਦਾਨ ਦੇਣਾ ਚਾਹੀਦਾ ਹੈ। ਤੇ ਸਾਰੇ ਕਸ਼ਮੀਰੀ ਪੰਡਤ ਜਿਹੜੇ ਸੁਣ ਰਹੇ ਸੀ ਬਾਲ ਗੋਬਿੰਦ ਰਾਏ ਸਤਿਗੁਰੂ ਜੀ ਦੇ ਬਚਨ, ਉਹਨਾਂ ਨੇ ਮੂੰਹ ਵਿੱਚ ਉਂਗਲੀਆਂ ਪਾ ਲਈਆਂ। ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੀ ਆਈ ਹੈ, ਇੱਕ ਬੰਨੇ ਹੈਰਾਨ ਵੀ ਹੋ ਰਹੇ ਨੇ ਕਿ ਦੇਖੋ 9 ਸਾਲ ਦੀ ਉਮਰ ਹੈ ਤੇ ਆਪਣੇ ਪਿਤਾ ਸਤਿਗੁਰੂ ਜੀ ਨੂੰ ਬਲੀਦਾਨ ਦੇਣ ਵਾਸਤੇ ਤੋਰ ਰਹੇ ਨੇ ਤੇ ਮਨ ਦੇ ਵਿੱਚ ਕੋਈ ਦੁੱਖ ਨਹੀਂ ਹੈ, ਮਨ ਦੇ ਵਿੱਚ ਕੋਈ ਚਿੰਤਾ ਨਹੀਂ ਹੈ। ਤੇ ਉਸ ਵਕਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤੇ ਕਿ ਬਾਲ ਗੋਬਿੰਦ ਰਾਏ ਜੀ ਮੈਂ ਵੀ ਇਹੀ ਦੇਖਣਾ ਚਾਹੁੰਦਾ ਸੀ ਕਿ ਤੁਹਾਡੇ ਮਨ ਦੇ ਵਿੱਚ ਕਿੰਨੀ ਕੁ ਚਿੰਤਾ ਹੁੰਦੀ ਹੈ, ਤੁਹਾਡੇ ਮਨ ਵਿੱਚ ਕਿੰਨਾ ਕੁ ਡਰ ਬੈਠਦਾ ਹੈ, ਪਰ ਤੁਹਾਡੇ ਮਨ ਦੇ ਵਿੱਚ ਕੋਈ ਚਿੰਤਾ ਨਹੀਂ ਹੈ, ਕੋਈ ਡਰ ਨਹੀਂ ਹੈ, ਕੋਈ ਮੋਹ ਨਹੀਂ ਹੈ ਤੇ ਤੁਸੀਂ ਆਪ ਸਾਨੂੰ ਸੀਸ ਦਾ ਬਲੀਦਾਨ ਦੇਣ ਵਾਸਤੇ ਕਹਿ ਰਹੇ ਹੋ। ਉਸ ਵਕਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤੇ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿ ਜਾ ਕੇ ਆਪਣੇ ਸੂਬੇ ਦੇ ਜਿਹੜਾ ਸੂਬੇਦਾਰ ਸ਼ੇਰ ਅਫਗਾਨ ਖਾਂ ਹੈ ਉਸ ਨੂੰ ਸਾਰੇ ਇਕੱਠੇ ਹੋ ਕੇ ਚਿੱਠੀ ਲਿਖ ਕਰਕੇ ਆਪਣੇ ਦਸਤਖਤ ਕਰਕੇ ਸ਼ੇਰ ਅਫਗਾਨ ਖਾਂ ਨੂੰ ਚਿੱਠੀ ਲਿਖ ਕੇ ਦੇ ਦਿਓ ਕਿ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੱਦੀ ਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਮਹਾਰਾਜ ਜੇ ਤੁਹਾਡੇ ਇਸਲਾਮ ਨੂੰ ਕਬੂਲ ਕਰ ਲੈਣ, ਇਸਲਾਮ ਦੇ ਵਿੱਚ ਆ ਜਾਣ ਤੇ ਸਾਰਾ ਜਿਹੜਾ ਹਿੰਦੂ ਧਰਮ ਹੈ, ਹਿੰਦੂ ਲੋਕ ਨੇ ਇਹ ਬਿਨਾਂ ਕਿਸੇ ਸ਼ਰਤ ਤੇ ਬਿਨਾਂ ਕਿਸੇ ਗੱਲ ਤੋਂ ਇਹ ਇਸਲਾਮ ਨੂੰ ਕਬੂਲ ਕਰ ਲੈਣਗੇ। ਅਤੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਨੂੰ ਕਬੂਲ ਨਾ ਕੀਤਾ ਉਹਨਾਂ ਨੇ ਤੇ ਫਿਰ ਹਿੰਦੂ ਧਰਮ ਦੇ ਵਸਨੀਕ, ਹਿੰਦੂ ਧਰਮ ਦੇ ਲੋਕ ਇਹਨਾਂ ਨੂੰ ਇਜਾਜ਼ਤ ਹੋਵੇਗੀ ਆਪਣੇ ਧਰਮ ਦੇ ਵਿੱਚ, ਆਪਣੇ ਇਸ ਦੇਸ਼ ਦੇ ਵਿੱਚ ਰਹਿਣ ਦੀ ਤੇ ਇਹਨਾਂ ਨੂੰ ਕਿਸੇ ਵੀ ਪੱਖ ਤੋਂ ਕਿਸੇ ਵੀ ਗੱਲ ਤੋਂ ਇਹਨਾਂ ਨੂੰ ਪਰੇਸ਼ਾਨ ਦੁਖੀ ਨਾ ਕੀਤਾ ਜਾਵੇ। ਸਾਧ ਸੰਗਤ ਜੀ ਜਦੋਂ ਪੰਡਤਾਂ ਨੇ ਇਹ ਬਚਨ ਸੁਣਿਆ ਉਹਨਾਂ ਦੇ ਚਿਹਰੇ
ਫੁੱਲ ਦੇ ਵਾਂਗ ਖਿੜ ਗਏ ਹੈ। ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਆਈ ਹੈ। ਮੁਰਝਾਏ ਹੋਏ ਚਿਹਰੇ ਖਿੜ ਗਏ ਨੇ, ਖੁਸ਼ ਹੋ ਗਏ ਨੇ। ਤੇ ਸਾਧ ਸੰਗਤ ਜੀ, ਕਸ਼ਮੀਰੀ ਪੰਡਤ ਉਹਨਾਂ ਨੇ ਜਾ ਕੇ ਸ਼ੇਰ ਅਫਗਾਨ ਖਾਨ ਨੂੰ ਉਹ ਚਿੱਠੀ ਲਿਖ ਕਰਕੇ ਦਿੱਤੀ। ਉਹ ਚਿੱਠੀ ਔਰੰਗਜ਼ੇਬ ਦੇ ਕੋਲ ਗਈ ਹੈ ਦਿੱਲੀ ਦੇ ਵਿੱਚ। ਔਰੰਗਜ਼ੇਬ ਵੀ ਬਹੁਤ ਖੁਸ਼ ਹੋਇਆ ਕਿ ਹੁਣ ਤਾਂ ਇੱਕ ਨੂੰ ਹੀ ਇਸਲਾਮ ਦੇ ਵਿੱਚ ਲਿਆਉਣ ਦੀ ਲੋੜ ਹੈ। ਸਾਰਾ ਹਿੰਦੂ ਧਰਮ ਜਿਹੜਾ ਇਹ ਇਸਲਾਮ ਨੂੰ ਕਬੂਲ ਕਰ ਲਵੇਗਾ। ਤੇ ਸਾਧ ਸੰਗਤ ਜੀ, ਉਧਰ ਔਰੰਗਜ਼ੇਬ ਨੇ ਆਪਣੇ ਸਿਪਾਹੀ ਤੋਰ ਦਿੱਤੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਥੇ ਪੇਸ਼ ਕੀਤਾ ਜਾਵੇ। ਤੇ ਉਧਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ, ਜੋ ਆਪਣੇ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ ਨੇ। ਪੜਾ ਦਰ ਪੜਾ ਕਰਦਿਆਂ ਰਸਤੇ ਦੇ ਵਿੱਚ ਗੁਰੂ ਸਾਹਿਬ ਜੀ ਦਿੱਲੀ ਪਹੁੰਚੇ ਨੇ। ਅਤੇ ਸਾਧ ਸੰਗਤ ਜੀ, ਜੋ ਦਿੱਲੀ ਦੇ ਵਿੱਚ ਵਾਰਤਾਲਾਪ ਹੋਈ ਹੈ, ਔਰੰਗਜ਼ੇਬ ਨੇ ਜੋ ਗੱਲਾਂ ਬਾਤਾਂ ਕੀਤੀਆਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਨਾਉਣਾ ਚਾਹਿਆ। ਅਤੇ ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਜੋ ਕੁਰਬਾਨੀ ਦੇਣ ਵਾਸਤੇ ਆਏ ਹੈ, ਤੇ ਸਤਿਗੁਰੂ ਜੀ ਇਸਲਾਮ ਨੂੰ ਕਬੂਲ ਨਹੀਂ ਕਰ ਰਹੇ। ਤੇ ਔਰੰਗਜ਼ੇਬ ਨੇ ਆਖਿਆ ਕਿ ਤੁਸੀਂ ਇੱਕ ਪੱਖ ਦੀ ਗੱਲ ਨਾ ਕਰੋ। ਇਹ ਜਿਹੜਾ ਹਿੰਦੂ ਧਰਮ ਇਹ ਕੱਚਾ ਧਰਮ ਹੈ, ਜਿਹੜਾ ਇਸਲਾਮ ਧਰਮ ਇਹ ਪੱਕਾ ਧਰਮ ਹੈ। ਇਸ ਕਰਕੇ ਅਸੀਂ ਹਿੰਦੂਆਂ ਨੂੰ ਖਤਮ ਕਰਕੇ ਇਸਲਾਮ ਦੇ ਵਿੱਚ ਲਿਆ ਰਹੇ ਹਾਂ ਕਿ ਇਹਨਾਂ ਦਾ ਵੀ ਭਲਾ ਹੋਵੇ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਨਹੀਂ, ਇਹ ਤੁਸੀਂ ਗਲਤ ਕਰ ਰਹੇ ਹੋ। ਤੇ ਔਰੰਗਜ਼ੇਬ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਨਿਆਂ ਕਰੋ, ਕੋਈ ਨਿਆਂ ਕਰੋ। ਤੇ ਉਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤਾ ਕਿ 1.25 ਮਣ ਜਿਹੜੀਆਂ ਮਿਰਚਾਂ ਹਨ ਕਾਲੀਆਂ, ਉਹਨਾਂ ਨੂੰ ਜਲਾਇਆ ਜਾਵੇ, ਫੂਕਿਆ ਜਾਵੇ। ਤੇ ਜਦੋਂ ਉਹ ਮਿਰਚਾਂ ਸਾੜੀਆਂ ਗਈਆਂ ਤੇ ਬਚਨ ਕੀਤਾ ਕਿ ਇਹਨੂੰ ਹੁਣ ਛਾਨਣੀ ਦੇ ਨਾਲ ਛਾਣਿਆ ਜਾਵੇ ਸਾਰੀ ਰਾਖ ਨੂੰ। ਤੇ ਜਦੋਂ ਸਾਧ ਸੰਗਤ ਜੀ ਛਾਣਿਆ, ਉਸ ਦੇ ਵਿੱਚੋਂ 3 ਕਾਲੀਆਂ ਮਿਰਚਾਂ ਸਾਬਤ ਨਿਕਲੀਆਂ, ਜਿਸ ਨੂੰ ਅੱਗ ਜਿਹੜੀ ਹੈ ਆਪਣਾ ਸੇਕ ਨਹੀਂ ਦੇ ਸਕੀ। ਉਹਨਾਂ ਨੂੰ 3 ਮਿਰਚਾਂ ਨੂੰ ਕੋਈ ਵੀ ਸੇਕ ਨਹੀਂ ਲੱਗਾ, ਥੋੜ੍ਹਾ ਜਿੰਨਾ ਵੀ। ਤੇ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ ਕਿ ਔਰੰਗਜ਼ੇਬ ਤੂੰ ਦੋਵਾਂ ਤੋਂ ਇੱਕ ਧਰਮ ਕਰਨਾ ਚਾਹੁੰਦਾ ਏ, ਪਰ ਆਹ ਦੇਖ ਜਿਹੜਾ ਨਿਆਂ ਹੋ ਰਿਹਾ, 3 ਮਿਰਚਾਂ ਸਾਬਤ ਬਚੀਆਂ ਨੇ, ਤੂੰ ਦੋਵਾਂ ਤੋਂ ਇੱਕ ਕਰ ਰਿਹਾ। ਪਰ ਹੁਣ ਇੱਕ ਤੀਸਰਾ ਖਾਲਸਾ ਪ੍ਰਗਟ ਹੋਵੇਗਾ। ਇਹ ਤੂੰ ਦੋਵਾਂ ਤੋਂ ਇੱਕ ਕਰ ਰਿਹਾ ਹੈ ਨਾ ਕਿ ਸਲਾਮ ਹੀ 4 ਚੁਫੇਰੇ ਜਿਹੜਾ ਉਹ ਪ੍ਰਧਾਨ ਕਰ ਦਈਏ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ। ਹੁਣ ਤੀਜਾ ਵੀ ਜਿਹੜਾ ਧਰਮ ਉਹ ਚੱਲੇਗਾ, ਖਾਲਸਾ ਪ੍ਰਗਟ ਹੋਵੇਗਾ। ਉਸ ਵਕਤ ਸਤਿਗੁਰੂ ਜੀ ਨੇ ਕਿਰਪਾ ਕੀਤੀ। ਤੇ ਜਦੋਂ ਇਹ ਬਚਨ ਹੋਏ ਤੇ ਉਸ ਵਕਤ ਸਾਧ ਸੰਗਤ ਜੀ ਔਰੰਗਜ਼ੇਬ ਬਹੁਤ ਗੁੱਸੇ ਵਿੱਚ ਆਇਆ ਹੈ, ਲਾਲ ਪੀਲਾ ਹੋਇਆ ਹੈ। ਤੇ ਕਹਿ ਦਿੱਤਾ ਕਿ ਜਾਂ ਤਾਂ ਕਲਮਾ ਪੜ੍ਹ ਲਓ, ਇਸਲਾਮ ਨੂੰ ਕਬੂਲ ਕਰ ਲਓ, ਤੇ ਨਹੀਂ ਤੇ ਕਤਲ ਹੋਣ ਦੇ ਲਈ ਤਿਆਰ ਹੋ ਜਾਓ। ਸਤਿਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਹੈ। ਤੇ ਸਾਧ ਸੰਗਤ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਇਹਨਾਂ ਗੁਰਸਿੱਖਾਂ ਨੂੰ ਵੀ ਬਹੁਤ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੇ ਹੋਏ ਪਾਣੀ ਦੇ ਵਿੱਚ ਉਬਾਲ ਕਰਕੇ ਸ਼ਹੀਦ ਕੀਤਾ ਗਿਆ। ਸਾਧ ਸੰਗਤ ਜੀ, ਉਧਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਦੇ ਪਿਆਰੇ ਗੁਰੂ ਕੇ ਸਿੱਖ ਦਿੱਲੀ ਪਹੁੰਚੇ ਨੇ। ਅਤੇ ਸਾਧ ਸੰਗਤ ਜੀ ਜਾ ਕਰਕੇ ਦਰੋਗੇ ਨੂੰ ਮਿਲੇ, ਜਿਹੜਾ ਦਰੋਗਾ ਗੁਰੂ ਸਾਹਿਬ ਜੀ ਦਾ ਸੇਵਕ ਸੀ। ਤੇ ਦਰੋਗੇ ਨੂੰ ਮਿਲ ਕਰਕੇ ਗੁਰੂ ਦਾ ਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕੀਤੇ। ਜਦੋਂ ਦਰਸ਼ਨ ਕੀਤੇ ਤੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ, ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਸਾਰੀ ਸੰਗਤ ਬਹੁਤ ਜ਼ਿਆਦਾ ਉਦਾਸ ਹੋਈ ਪਈ ਹੈ ਕਿ ਤੁਹਾਨੂੰ ਇੱਥੇ ਕਸ਼ਟ ਮਿਲ ਰਹੇ ਨੇ, ਤੁਹਾਨੂੰ ਤਸੀਹੇ ਦਿੱਤੇ ਜਾ ਰਹੇ ਨੇ। ਤੇ ਉਸ ਵਕਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੇ ਕਾਗਜ਼ ਮੰਗਾਇਆ ਹੈ, ਕਲਮ ਮੰਗਾਈ ਹੈ, ਦਵਾਤ ਮੰਗਾਈ ਹੈ। ਮੰਗਾ ਕਰਕੇ ਤੇ ਗੁਰੂ ਸਾਹਿਬ ਜੀ ਨੇ ਇਹ ਜਿਹੜੇ ਸ਼ਲੋਕ 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਅਸੀਂ ਸਰਵਣ ਕਰ ਰਹੇ ਹਾਂ। ਤੇ ਸਾਧ ਸੰਗਤ ਜੀ, ਇਹ ਸ਼ਲੋਕ
ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ 57 ਸ਼ਲੋਕ ਹਨ ਤੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਥਾਏ ਵੀ ਬਚਨ ਕੀਤੇ ਨੇ। ਧੰਨ ਮਾਤਾ ਗੁਜਰ ਕੌਰ ਜੀ, ਉਹਨਾਂ ਨੂੰ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ। ਇਹ 57 ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਚਾਰਨ ਕੀਤੇ, ਜਿਨ੍ਹਾਂ ਨੂੰ ਅਸੀਂ ਭੋਗ ਦੇ ਸ਼ਲੋਕ ਵੀ ਕਹਿ ਦਿੰਦੇ ਹਾਂ। ਸਾਧ ਸੰਗਤ ਜੀ, ਗੁਰੂ ਕੀਆਂ ਸੰਗਤਾਂ ਇਹਨਾਂ ਸ਼ਲੋਕਾਂ ਨੂੰ ਜਦੋਂ ਵੀ ਭੋਗ ਪੈਂਦਾ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ, ਸ੍ਰੀ ਸਹਿਜ ਪਾਠ ਦਾ, ਸੰਗਤਾਂ ਬਹੁਤ ਭਾਵਨਾ ਦੇ ਨਾਲ ਸਰਵਣ ਕਰਦੀਆਂ ਤੇ ਜਦੋਂ ਇਹ ਸ਼ਲੋਕ ਆਰੰਭ ਹੋਣ ਲੱਗਦੇ ਨੇ ਭੋਗ ਦੇ, ਤੇ ਉਦੋਂ ਗੁਰੂ ਕੇ ਪਿਆਰੇ ਗ੍ਰੰਥੀ ਸਿੰਘ ਸਾਧ ਸੰਗਤ ਦੀ ਜਿਹੜੀ ਮਰਿਆਦਾ ਕਿ ਕੜਾਹ ਪ੍ਰਸ਼ਾਦੀ ਦੇਗ ਸੱਜ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋ ਜਾਵੇ। ਕਈ ਥਾਵਾਂ ਤੇ ਹੁੰਦਾ ਕਿ ਸ਼ਲੋਕ ਸਾਰੇ ਸੰਪੂਰਨ ਹੋਣ ਵਾਲੇ ਹੋ ਜਾਂਦੇ ਤੇ ਕੜਾਹ ਪ੍ਰਸ਼ਾਦੀ ਦੇਗ ਅਜੇ ਤੱਕ ਨਹੀਂ ਪਹੁੰਚਦੀ। ਇਹ ਜੋ ਮਰਿਆਦਾ ਕੜਾਹ ਪ੍ਰਸ਼ਾਦ ਦੀ ਦੇਗ ਸ਼ਲੋਕ ਆਰੰਭ ਕਰਨ ਤੋਂ ਪਹਿਲਾਂ ਹਾਜ਼ਰ ਹੋਣੀ ਚਾਹੀਦੀ ਹੈ। ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਿੰਜਰੇ ਦੇ ਵਿੱਚ ਕੈਦ ਹੁੰਦਿਆਂ ਇਹ ਸ਼ਲੋਕ ਉਚਾਰਨ ਕੀਤੇ ਅਤੇ ਲਿਖ ਕਰਕੇ ਉਸ ਗੁਰਸਿੱਖ ਨੂੰ ਦਿੱਤੇ, ਤੇ ਜੋ ਗੁਰੂ ਦਾ ਸਿੱਖ ਇਹ ਸ਼ਲੋਕ ਲਿਖੇ ਹੋਏ ਲੈ ਕਰਕੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਦੇ ਕੋਲ ਪਹੁੰਚਣਾ ਕੀਤਾ। ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਜਿਹੜੇ ਸ਼ਲੋਕ ਹਨ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ। ਜਿੰਨੀ ਵੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 59 ਸ਼ਬਦ ਆਉਂਦੇ ਨੇ, 57 ਸ਼ਲੋਕ ਆਉਂਦੇ ਹਨ। ਸਾਰੀ ਬਾਣੀ ਜਿਹੜੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਚਾਰਨ ਕੀਤੀ, ਬਹੁਤ ਬੈਰਾਗਮਈ ਹੈ। ਸਾਧ ਸੰਗਤ ਜੀ, ਪੜ੍ਹਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਚਿੰਤਾ ਖਤਮ ਹੁੰਦੀ ਹੈ, ਮਨ ਦੀ ਭਟਕਣਾ ਖਤਮ ਹੁੰਦੀ ਹੈ। ਤੇ ਇਹ ਅਸੀਂ ਸ਼ਲੋਕ ਜਿਹੜੇ ਲੜੀਵਾਰ ਸਰਵਣ ਕਰਨੇ ਨੇ। ਇਹ ਆਪ ਸਾਰੀਆਂ ਸੰਗਤਾਂ ਨੇ ਜੋ ਸਤਿਗੁਰੂ ਜੀ ਦੇ 400 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦੇ ਹਾਂ, ਇਹ ਜੋ ਲੜੀ ਅਸੀਂ ਪ੍ਰਾਰੰਭ ਕਰ ਰਹੇ ਹਾਂ, ਇਹ ਸਤਿਗੁਰੂ ਜੀ ਕਿਰਪਾ ਕਰਨ। ਸਾਰੀਆਂ ਸੰਗਤਾਂ ਨੇ ਬਹੁਤ ਮਨ ਨੂੰ ਇਕਾਗਰ ਕਰਦਿਆਂ ਇਹ ਸ਼ਲੋਕ ਇਹਨਾਂ ਦੀ ਵਿਚਾਰ ਸਰਵਣ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ, ਗੱਜ ਕਰਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रोजाना नितनेम अमृतमई बाणी कथा कीर्तन ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।